ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ, ਜਿਨ੍ਹਾਂ ਦੇ ਪਰਥਾਏ ਭਾਈ ਗੁਰਦਾਸ ਜੀ, ਜੋ ਭਗਤ ਮਾਲ ਦੇ ਵਿੱਚ ਬੜੇ ਪਿਆਰੇ ਬੋਲ ਲਿਖਦੇ ਹਨ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਖਾਇਆ, ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ। ਨਾਮਦੇਵ ਇਸ਼ਨਾਨ ਕਰ ਕਪਲ ਗਾਏ ਦੋਹੇ ਕੈ ਲੈ ਆਇਆ, ਠਾਕੁਰ ਕਉ ਨਵਾਲ ਕੈ ਚਰਨੋਦਕ ਲੈ ਤਿਲਕ ਚੜਾਇਆ, ਹੱਥ ਜੋੜ ਬੇਨਤੀ ਕਰੈ ਦੁੱਧ ਪੀਓ ਜੀ ਗੋਬਿੰਦ ਰਾਇਆ। ਐਸੇ ਪਾਵਨ ਪਵਿੱਤਰ ਬਚਨ ਭਾਈ ਗੁਰਦਾਸ ਜੀ ਭਗਤ ਮਾਲ ਦੇ ਵਿੱਚ ਲਿਖਦੇ ਹਨ। ਸ਼੍ਰੋਮਣੀ ਭਗਤ ਨਾਮਦੇਵ ਜੀ, ਤਿਨਾਂ ਦੇ ਪਰਥਾਏ ਬੜੇ ਪਿਆਰੇ ਬੋਲ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਭਗਤ ਨਾਮਦੇਵ ਜੀ ਦੇ ਪਿਤਾ ਜੀ ਜੋ ਕਿਸੇ ਕੰਮ ਚੱਲੇ ਤਾਂ ਨਾਮਦੇਵ ਨੂੰ ਆਖਣਾ ਕੀਤਾ ਕਿ ਪੁੱਤਰ, ਮੈਂ ਨਾ ਕਿਸੇ ਕੰਮ ਚੱਲਿਆ ਹਾਂ, ਕੁਛ ਸਮਾਂ ਲੱਗ ਜਾਵੇਗਾ, ਔਰ ਤੂੰ ਇਸ ਤਰ੍ਹਾਂ ਕਰਨੀ ਹੈ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਠਾਕੁਰਾਂ ਦੀ ਸੇਵਾ ਕਰੀ, ਨਾਲ ਦੁੱਧ ਪਿਲਾਉਣਾ। ਜਦੋਂ ਇਹ ਪਾਵਨ ਪਵਿੱਤਰ ਬਚਨ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਲਿਖਦੇ ਹਨ ਭਗਤ ਮਾਲ ਦੇ ਅੰਦਰ, ਤਾਂ ਗੁਰੂ ਦੇ ਪਿਆਰ ਵਾਲਿਓ, ਭਗਤ ਨਾਮਦੇਵ ਜੀ ਜਿਨ੍ਹਾਂ ਨੇ ਉਸ ਪਰਮਾਤਮਾ ਦੇ, ਉਸ ਰੱਬ ਦੀ ਬੰਦਗੀ ਕੀਤੀ, ਉਸ ਵਾਹਿਗੁਰੂ ਨੂੰ ਯਾਦ ਕੀਤਾ, ਸੁਰਤ ਉਸ ਪਰਮਾਤਮਾ ਦੇ ਨਾਲ ਜੋੜ ਕੇ ਪ੍ਰਤੱਖ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਦਰਸ਼ਨ ਕੀਤੇ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਬੰਬਈ ਪ੍ਰਾਂਤ ਦਾ ਜ਼ਿਲ੍ਹਾ ਸਤਾਰਾ ਪਿੰਡ ਨਰਸੇ ਬ੍ਰਾਹਮਣੀ ਵਿੱਚ ਕੱਤਕ ਸੁਦੀ 11 ਸੰਮਤ 1327 ਨੂੰ ਧੰਨ ਧੰਨ ਪਿਤਾ ਜੀ ਦਾਮ ਸ਼ੇਟੀ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੋਨਾ ਬਾਈ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਹੋਇਆ। ਗੁਰੂ ਦੇ ਪਿਆਰ ਵਾਲਿਓ, ਪਿਤਾ ਦਾਮ ਸ਼ੇਟੀ ਜੀ ਜੋ ਸ਼ੀਂਬੇ ਸਨ, ਭਗਤ ਨਾਮਦੇਵ ਜੀ ਦੇ ਮਾਤਾ ਪਿਤਾ ਜੀ ਭਗਤੀ ਭਾਵ ਵਾਲੇ ਸਨ। ਆਪਣੀ ਸੁਰਤ ਉਸ ਪਰਮਾਤਮਾ ਦੇ ਨਾਲ ਜੋੜਦੇ ਨੇ, ਉਸ ਪਰਮਾਤਮਾ ਨੂੰ ਯਾਦ ਕਰਦੇ ਹਨ, ਤੇ ਜਦੋਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਨ ਸੁਰਤ ਜੋੜ ਕੇ, ਤਾਂ ਗੁਰੂ ਦੇ ਪਿਆਰ ਵਾਲਿਓ ਸਤਿਗੁਰੂ ਜੀ ਅਪਾਰ ਕਿਰਪਾ ਕਰ ਦਿੰਦੇ ਨੇ। ਮਾਤਾ ਪਿਤਾ ਜੀ ਭਗਤੀ ਭਾਵ ਵਾਲੇ ਸਨ, ਔਰ ਪਿੰਡ ਦੇ ਵਿੱਚ ਇੱਕ ਮੰਦਿਰ ਸੀ, ਉਸ ਮੰਦਿਰ ਦੇ ਵਿੱਚ ਭਗਤ ਨਾਮਦੇਵ ਜੀ ਦੇ ਪਿਤਾ ਜੀ ਠਾਕੁਰਾਂ ਦੀ ਪੂਜਾ ਕਰਦੇ ਸਨ। ਜਦੋਂ ਪੂਜਾ ਕਰਨੀ ਔਰ ਸੱਚ ਧਰਮ ਨੇਕ ਕਮਾਈ ਉਹਨਾਂ ਦੇ ਜੀਵਨ ਦਾ ਇੱਕ ਹਿੱਸਾ ਸੀ। ਇਤਿਹਾਸ ਦੱਸਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਨ ਵਾਸਤੇ ਪਾਇਆ ਗਿਆ।
ਜਦੋਂ ਉਮਰ ਹੋਈ ਪੜ੍ਹਨ ਦੀ, ਭਗਤ ਨਾਮਦੇਵ ਜੀ ਨੂੰ ਮਾਤਾ ਪਿਤਾ ਨੇ ਪਾਠਸ਼ਾਲਾ ਦੇ ਵਿੱਚ ਭੇਜਦੇ ਹਨ ਪੜ੍ਹਨ ਵਾਸਤੇ, ਪਰ ਪੜ੍ਹਨ ਲਿਖਣ ਦੇ ਵਿੱਚ ਮਨ ਨਾ ਲੱਗਾ। ਮਾਤਾ ਪਿਤਾ ਦੇ ਵੱਲੋਂ ਸੰਸਕਾਰ ਹੀ ਐਸੇ ਮਿਲੇ ਸਨ ਜਿਨ੍ਹਾਂ ਦੇ ਰਾਹੀਂ ਭਗਤੀ ਭਾਵ ਬਹੁਤ ਸੀ, ਕਿਉਂਕਿ ਜੋ ਸੇਵਾ ਠਾਕੁਰਾਂ ਦੀ ਭਗਤੀ ਮਾਤਾ ਪਿਤਾ ਜੀ ਕਰਦੇ ਸਨ ਭਗਤ ਨਾਮਦੇਵ ਜੀ ਦੇ, ਉਹੀ ਭਗਤੀ, ਉਹੀ ਸੁਰਤ, ਉਹੀ ਪਿਆਰ ਭਗਤ ਨਾਮਦੇਵ ਜੀ ਦਾ ਪਰਮਾਤਮਾ ਦੇ ਨਾਲ ਬਣ ਗਿਆ। ਬੜਾ ਪਿਆਰ ਉਸ ਪਰਮਾਤਮਾ ਦੇ ਨਾਲ ਕਰਦੇ ਹਨ, ਕਿਉਂਕਿ ਜਨਮ ਦੇ ਵਿੱਚ ਸੰਸਕਾਰ ਮਾਤਾ ਪਿਤਾ ਦੇ ਕੋਲੋਂ ਐਸੇ ਮਿਲੇ ਹਨ। ਜਦੋਂ ਜਨਮ ਦੇ ਵਿੱਚ ਸੰਸਕਾਰ ਮਾਤਾ ਪਿਤਾ ਦੇ ਕੋਲੋਂ ਮਿਲ ਜਾਣ, ਉਸ ਪਰਮਾਤਮਾ ਦੀ ਬੰਦਗੀ ਕਰਨ ਦੇ, ਉਸ ਪਰਮਾਤਮਾ ਨੂੰ ਯਾਦ ਕਰਨ ਦੇ, ਤਾਂ ਗੁਰੂ ਦੇ ਪਿਆਰ ਵਾਲਿਓ ਸੁਭਾਵਕ ਹੈ ਕਿ ਜੋ ਸੰਸਕਾਰ ਮਾਤਾ ਪਿਤਾ ਦੇ ਹਨ ਉਹੀ ਬੱਚਿਆਂ ਦੇ ਵਿੱਚ ਆਉਂਦੇ ਨੇ। ਭਗਤ ਨਾਮਦੇਵ ਜੀ ਦਾ ਮਨ ਵੀ ਉਸ ਪਰਮਾਤਮਾ ਦੇ ਨਾਲ ਜੁੜ ਗਿਆ, ਕਿਉਂਕਿ ਮਾਤਾ ਪਿਤਾ ਭਗਤੀ ਭਾਵ ਵਾਲੇ ਸਨ ਤੇ ਗੁਰਮੁਖੋ ਉਸ ਸਮੇਂ ਦੇ ਹਿਸਾਬ ਦੇ ਨਾਲ ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਜੀ ਨੇ ਭਗਤ ਨਾਮਦੇਵ ਜੀ ਦੀ ਸ਼ਾਦੀ ਕਰ ਦਿੱਤੀ ਔਰ ਆਪ ਜੀ ਦੀ ਧਰਮ ਸੁਪਤਨੀ ਦਾ ਨਾਮ ਰਾਜਾ ਬਾਈ ਸੀ। ਵਿਆਹ ਤੋਂ ਪਿੱਛੋਂ ਧਰਮਸ਼ਾਲਾ ਨੂੰ ਛੱਡ ਦਿੱਤਾ ਤੇ ਜਦੋਂ ਨਾਮਦੇਵ ਜੀ ਦੇ ਪਿਤਾ ਨੇ ਸੋਚਿਆ ਕਿ ਖਾਨਦਾਨੀ ਕਿਰਤ ਨਾਲੋਂ ਨਾਮਦੇਵ ਜੀ ਵਪਾਰ ਕਰਨ ਤਾਂ ਉਹ ਚੰਗਾ ਹੈ, ਕਿਉਂਕਿ ਹਰ ਇੱਕ ਮਾਤਾ ਪਿਤਾ ਚਾਹੁੰਦਾ ਹੈ, ਹਰ ਇੱਕ ਮਾਤਾ ਪਿਤਾ ਦੀ ਇੱਛਾ ਹੈ ਕਿ ਸਾਡੇ ਬੱਚੇ ਵਪਾਰ ਕਰਨ, ਤਰੱਕੀਆਂ ਕਰਨ। ਤੇ ਗੁਰੂ ਦੇ ਪਿਆਰ ਵਾਲਿਓ ਮਾਤਾ ਪਿਤਾ ਦੀ ਵੀ ਇਹ ਇੱਛਾ ਸੀ ਭਗਤ ਨਾਮਦੇਵ ਜੀ ਦੇ ਕਿ ਜੋ ਅਸੀਂ ਕਿਰਤ ਕਰਦੇ ਹਾਂ ਉਸ ਕਿਰਤ ਦੇ ਨਾਲੋਂ ਜੇ ਭਗਤ ਨਾਮਦੇਵ ਜੀ ਵਪਾਰ ਕਰਨ ਤਾਂ ਬੜਾ ਚੰਗਾ ਹੈ। ਭਗਤ ਮਾਲ ਦੇ ਵਿੱਚ ਲਿਖਿਆ ਹੈ ਕਿ ਸੰਤਾਂ ਭਗਤਾਂ ਨੂੰ ਜਿਹੜਾ ਵਪਾਰ ਚੰਗਾ ਲੱਗਦਾ ਹੈ ਨਾ, ਉਹ ਉਹੀ ਵਪਾਰ ਕਰਨਾ ਚਾਹੁੰਦੇ ਹਨ, ਕਿਉਂਕਿ ਭਗਤ ਨਾਮਦੇਵ ਜੀ ਦੇ ਹਿਰਦੇ ਦੇ ਵਿੱਚ ਪਿਆਰ ਹੈ, ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ ਏ, ਉਸ ਪਰਮਾਤਮਾ ਨੂੰ ਯਾਦ ਕਰਦੇ ਹਨ। ਤੇ ਭਗਤ ਮਾਲ ਦੇ ਵਿੱਚ ਲਿਖਦੇ ਹਨ ਕਿ ਪਿਤਾ ਜੀ ਨੇ ਨਾ ਥੋੜੇ ਜਿਹੇ ਪੈਸੇ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ। ਜਦੋਂ ਕੁਝ ਪੈਸੇ ਦਿੱਤੇ ਭਗਤ ਨਾਮਦੇਵ ਜੀ ਨੂੰ ਤੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਆਖਣ ਲੱਗੇ ਕਿ ਪੁੱਤਰ ਆ ਕੁਝ ਪੈਸੇ ਲੈ, ਇਸ ਦੇ ਨਾਲ ਵਪਾਰ ਕਰ, ਆਪਣੀ ਕਿਰਤ ਕਰ। ਤੇ ਗੁਰੂ ਦੇ ਪਿਆਰ ਵਾਲਿਓ ਜਦੋਂ ਪੈਸੇ ਦਿੱਤੇ, ਵਪਾਰ ਕਰਨ ਵਾਸਤੇ ਭੇਜਦੇ ਹਨ ਮਾਤਾ ਪਿਤਾ ਜੀ ਭਗਤ ਨਾਮਦੇਵ ਜੀ ਨੂੰ, ਪਰ ਗੁਰਮੁਖੋ ਸੰਤਾਂ ਭਗਤਾਂ ਨੂੰ ਜਿਹੜਾ ਵਪਾਰ ਚੰਗਾ ਲੱਗਦਾ ਹੈ ਨਾ, ਉਹ ਉਹੀ ਕਰਦੇ ਹਨ, ਉਹਨਾਂ ਨੇ ਉਹੀ ਕਰਨਾ ਹੈ। ਇਤਿਹਾਸ ਦੱਸਦਾ ਹੈ ਕਿ ਜਦੋਂ ਪਿਤਾ ਜੀ ਨੇ ਪੈਸੇ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ ਤਾਂ ਭਗਤ ਨਾਮਦੇਵ ਜੀ ਉਹਨਾਂ ਪੈਸਿਆਂ ਦੀ ਰਸਤ ਲੈ ਕੇ ਉਹ ਰਸਤ ਸੰਤਾਂ ਮਹਾਂਪੁਰਸ਼ਾਂ ਨੂੰ ਭੋਜਨ ਛਕਾ ਆਏ। ਗੁਰੂ ਦੇ ਪਿਆਰ ਵਾਲਿਓ, ਜੋ ਪੈਸੇ ਮਾਤਾ ਪਿਤਾ ਨੇ ਦਿੱਤੇ ਉਹ ਰਸਤ ਲਈ ਔਰ ਸੰਤਾਂ ਮਹਾਂਪੁਰਸ਼ਾਂ ਨੂੰ ਉਸ ਰਸਤ ਦਾ ਭੋਜਨ ਛਕਾ ਦਿੱਤਾ ਬਣਾ ਕਰ। ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਮਾਲਕ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ।
ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰੂ ਦੇ ਪਿਆਰ ਵਾਲਿਓ, ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਕਿ ਜਦੋਂ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰੇ ਪਾਤਸ਼ਾਹ ਜੀ ਨੂੰ ਧੰਨ ਧੰਨ ਪਿਤਾ ਮਹਿਤਾ ਕਾਲੂ ਜੀ ਇਹਨਾਂ ਨੇ ਕੁਝ ਪੈਸੇ ਦੇ ਕੇ 20 ਰੁਪਏ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ ਤੇ ਮੇਰੇ ਪਾਤਸ਼ਾਹ ਜੀ ਨੇ ਨਾ ਉਹਨਾਂ ਪੈਸਿਆਂ ਦਾ ਸਾਧੂ ਸੰਤਾਂ ਨੂੰ ਭੋਜਨ ਛਕਾ ਦਿੱਤਾ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰੇ ਪਾਤਸ਼ਾਹ ਜੀ ਨੇ। ਤੇ ਗੁਰੂ ਦੇ ਪਿਆਰ ਵਾਲਿਓ, ਭਗਤ ਨਾਮਦੇਵ ਜੀ ਜੋ ਪਿਤਾ ਨੇ ਪੈਸੇ ਦਿੱਤੇ ਵਪਾਰ ਕਰਨ ਵਾਸਤੇ ਕਿ ਪੁੱਤਰ ਇਹ ਲੈ ਪੈਸੇ, ਇਹਨਾਂ ਪੈਸਿਆਂ ਦੇ ਨਾਲ ਵਪਾਰ ਕਰ, ਕਿਰਤ ਕਰ। ਤੇ ਭਗਤ ਨਾਮਦੇਵ ਜੀ ਕੀ ਕਰਦੇ ਨੇ ਕਿ ਉਹਨਾਂ ਪੈਸਿਆਂ ਦੀ ਰਸਤ ਲੈ ਕੇ ਭੋਜਨ ਬਣਾ ਕੇ ਸੰਤਾਂ ਮਹਾਂਪੁਰਸ਼ਾਂ ਨੂੰ ਛਕਾ ਦਿੰਦੇ ਹਨ। ਜਦੋਂ ਭੋਜਨ ਛਕਾਉਂਦੇ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਤੇ ਗੁਰੂ ਦੇ ਪਿਆਰ ਵਾਲਿਓ, ਮਾਤਾ ਪਿਤਾ ਨੂੰ ਨਾ ਬੜੀ ਨਿਰਾਸ਼ਤਾ ਹੋਈ। ਜਦੋਂ ਭੋਜਨ ਛਕਾ ਕੇ ਭਗਤ ਨਾਮਦੇਵ ਜੀ ਘਰ ਆਏ ਤੇ ਮਾਤਾ ਪਿਤਾ ਨੇ ਪੁੱਛਿਆ ਕਿ ਪੁੱਤਰ ਜਿਸ ਵਪਾਰ ਵਾਸਤੇ ਭੇਜਿਆ ਸੀ, ਕਿਰਤ ਵਾਸਤੇ ਭੇਜਿਆ ਸੀ, ਤਾਂ ਗੁਰੂ ਦੇ ਪਿਆਰ ਵਾਲਿਓ ਭਗਤ ਨਾਮਦੇਵ ਜੀ ਆਖਣ ਲੱਗੇ ਕਿ ਪਿਤਾ ਜੀ ਉਹਨਾਂ ਪੈਸਿਆਂ ਦਾ ਵਪਾਰ ਕਰਕੇ ਭੋਜਨ ਲਿਆ ਕਰ, ਰਸਤ ਲਿਆ ਕਰ ਸੰਤਾਂ ਮਹਾਂਪੁਰਸ਼ਾਂ ਨੂੰ ਛਕਾ ਦਿੱਤੀ ਹੈ। ਮੈਨੂੰ ਇਸ ਤੋਂ ਵੱਡਾ ਵਪਾਰ ਹੋਰ ਕੋਈ ਚੰਗਾ ਨਹੀਂ ਲੱਗਾ, ਕਿਉਂਕਿ ਜੋ ਵਪਾਰ ਮੈਂ ਕਰਕੇ ਆਇਆ ਹਾਂ ਨਾ, ਇਸ ਦੇ ਵਿੱਚ ਤਰੱਕੀ ਬਹੁਤ ਹੈ। ਇਸ ਕਿਰਤ ਦੇ ਵਿੱਚ ਤਰੱਕੀ ਬੜੀ ਹੈ। ਤੇ ਗੁਰੂ ਦੇ ਪਿਆਰ ਵਾਲਿਓ, ਭਗਤ ਨਾਮਦੇਵ ਜੀ ਦੇ ਜਦੋਂ ਇਹ ਬਚਨ ਸੁਣੇ, ਮਾਤਾ ਪਿਤਾ ਨੂੰ ਬੜੀ ਨਿਰਾਸ਼ਤਾ ਹੋਈ। ਮਾਤਾ ਪਿਤਾ ਔਰ ਮੰਦਰ ਦੇ ਪੁਜਾਰੀਆਂ ਨੇ ਆਖਣਾ ਕੀਤਾ ਕਿ ਉਹ ਕੋਈ ਕਾਰ ਵਿੱਚ ਵਿਹਾਰ ਕਰਨ, ਪਰ ਭਗਤ ਨਾਮਦੇਵ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਦੇ ਪਿਆਰਿਓ, ਜਦੋਂ ਇਨਕਾਰ ਕੀਤਾ, ਆਖਣਾ ਕੀਤਾ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਉਸ ਪਰਮਾਤਮਾ ਦੀ ਭਗਤੀ ਮੇਰੇ ਹਿਰਦੇ ਦੇ ਵਿੱਚ ਹੈ, ਮੇਰੀ ਰਸਨਾ ਦੇ ਉੱਪਰ ਹੈ, ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ ਏ। ਤੇ ਭਗਤ ਨਾਮਦੇਵ ਜੀ ਦੇ ਬਚਨ ਸਨ ਕਿ ਉਸ ਪਰਮਾਤਮਾ ਦੀ ਭਗਤੀ ਤੋਂ ਬਿਨਾ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਗੁਰੂ ਦੇ ਪਿਆਰ ਵਾਲਿਓ, ਜਦੋਂ ਇਹ ਬਚਨ ਆਖੇ ਤਾਂ ਭਗਤ ਨਾਮਦੇਵ ਜੀ ਦੇ ਇਹ ਬਚਨ ਸੁਣੇ ਤੇ ਆਖਣ ਲੱਗੇ ਕਿ ਭਗਤੀ ਆਖਦੇ ਜੇ ਤੇ ਮੈਂ ਕਰੀ ਜਾਂਦਾ ਹਾਂ, ਜੇ ਉਸ ਪਰਮਾਤਮਾ ਦੀ ਭਗਤੀ ਤੁਸੀਂ ਆਖਦੇ ਜੇ ਤੇ ਮੈਂ ਕਰ ਰਿਹਾ ਹਾਂ, ਕਿਉਂਕਿ ਪਰਮਾਤਮਾ ਦੀ ਭਗਤੀ ਉਸ ਰੱਬ ਦੀ ਬੰਦਗੀ ਹੀ ਲਾਹੇਵੰਦ ਹੈ, ਨਫੇਵੰਦ ਹੈ। ਬਾਕੀ ਸਾਰੇ ਕੰਮ ਕੂੜ ਹਨ। ਤੇ ਗੁਰੂ ਦੇ ਪਿਆਰ ਵਾਲਿਓ, ਇਤਿਹਾਸ ਦੱਸਦਾ ਹੈ ਕਿ ਇੱਕ ਦਿਨ ਨਾ ਭਗਤ ਨਾਮਦੇਵ ਜੀ ਦੇ ਪਿਤਾ ਨੂੰ ਨਾ ਕੋਈ ਕੰਮ ਆ ਗਿਆ ਔਰ ਉਸ ਕੰਮ ਦੇ ਵਿੱਚ 2-3 ਦਿਨ ਵਾਸਤੇ ਬਾਹਰ ਜਾਣਾ ਪਿਆ। ਤੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਜੋ ਹਰ ਰੋਜ਼ ਮੰਦਰ ਦੇ ਵਿੱਚ ਠਾਕੁਰ ਨੂੰ ਦੁੱਧ ਦਾ ਭੋਗ ਲਵਾਉਂਦੇ ਸਨ, ਕਿਉਂਕਿ ਠਾਕੁਰਾਂ ਦੀ ਪੂਜਾ ਕਰਦੇ ਸਨ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਮੰਦਰ ਦੇ ਵਿੱਚ ਸਫਾਈ ਕਰਨੀ, ਠਾਕੁਰ ਨੂੰ ਇਸ਼ਨਾਨ ਕਰਕੇ ਭੋਗ ਲਵਾਉਣਾ, ਬੜੇ ਸਤਿਕਾਰ ਦੇ ਨਾਲ ਸੇਵਾ ਕਰਦੇ ਸਨ। ਤੇ ਗੁਰੂ ਦੇ ਪਿਆਰ ਵਾਲਿਓ,
ਜਦੋਂ ਸਤਿਕਾਰਯੋਗ ਦਾਮ ਸ਼ੇਟੀ ਜੀ ਚੱਲੇ ਤਾਂ ਭਗਤ ਨਾਮਦੇਵ ਜੀ ਨੂੰ ਇੱਕ ਗੱਲ ਬੜੀ ਪੱਕੀ ਆਖੀ, ਇੱਕ ਗੱਲ ਨੂੰ ਪੱਕਿਆਂ ਕੀਤਾ ਕਿ ਨਾਮਦੇਵ ਪੁੱਤਰ ਮੈਂ 2-3 ਦਿਨ ਵਾਸਤੇ ਬਾਹਰ ਚੱਲਿਆ ਹਾਂ। ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਇਹ ਬਚਨ ਆਖੇ ਤੇ ਪਿਤਾ ਜੀ ਆਖਣ ਲੱਗੇ ਕਿ ਨਾਮਦੇਵ ਤੂੰ ਨਾ ਇੱਕ ਕੰਮ ਕਰਨਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਫਿਰ ਮੰਦਰ ਵਿੱਚ ਜਾ ਕੇ ਠਾਕੁਰ ਨੂੰ ਇਸ਼ਨਾਨ ਕਰਵਾਉਣਾ ਔਰ ਕਪਲ ਗਾਂ ਦਾ ਦੁੱਧ ਚੋ ਕੇ ਦੁੱਧ ਦਾ ਭੋਗ ਵੀ ਠਾਕੁਰ ਨੂੰ ਲਵਾਉਣਾ ਹੈ। ਇਹ ਗੱਲ ਨਾ ਭੁੱਲੀ, ਕਿਉਂਕਿ ਇਹ ਸਾਡੀ ਸੇਵਾ ਹੈ ਉਸ ਪਰਮਾਤਮਾ ਦੀ, ਉਸ ਠਾਕੁਰ ਦੀ। ਤੇ ਜੇ ਠਾਕੁਰ ਰੁੱਸ ਗਏ ਤਾਂ ਸਾਡਾ ਕੋਈ ਹੋਰ ਟਿਕਾਣਾ ਨਹੀਂ। ਗੁਰੂ ਦੇ ਪਿਆਰ ਵਾਲਿਓ, ਜਦੋਂ ਇਹ ਬਚਨ ਭਗਤ ਨਾਮਦੇਵ ਜੀ ਦੇ ਪਿਤਾ ਨੇ ਆਖੇ ਤੇ ਭਗਤ ਨਾਮਦੇਵ ਜੀ ਆਖਣ ਲੱਗੇ ਕਿ ਪਿਤਾ ਜੀ 7 ਬਚਨ ਜੋ ਤੁਸੀਂ ਆਖਦੇ ਜੇ ਇਸੇ ਹੀ ਤਰ੍ਹਾਂ ਹੋਵੇਗਾ। ਮੈਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਠਾਕੁਰਾਂ ਨੂੰ ਇਸ਼ਨਾਨ ਕਰਵਾ ਕਰ ਦੁੱਧ ਦਾ ਭੋਗ ਲਗਾਵਾਂਗਾ। ਗੁਰੂ ਦੇ ਪਿਆਰ ਵਾਲਿਓ, ਇਹ ਗੱਲ ਆਖ ਕਰ ਭਗਤ ਨਾਮਦੇਵ ਜੀ ਦੇ ਪਿਤਾ ਜੀ ਨਾ ਚਲੇ ਗਏ ਔਰ ਅਗਲੇ ਦਿਨ ਨਾਮਦੇਵ ਜੀ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕੀਤਾ ਤੇ ਕਪਲ ਗਾਂ ਦਾ ਦੁੱਧ ਚੋ ਕੇ ਬੜੇ ਪਿਆਰ ਦੇ ਨਾਲ ਮੰਦਰ ਦੇ ਵਿੱਚ ਚਲੇ ਜਾਂਦੇ ਹਨ। ਜਦੋਂ ਮੰਦਰ ਦੇ ਵਿੱਚ ਜਾਂਦੇ ਹਨ ਤਾਂ ਭਗਤ ਮਾਲ ਦੇ ਵਿੱਚ ਲਿਖਿਆ ਹੈ ਕਿ ਦੁੱਧ ਉੱਚੀ ਥਾਂ ਤੇ ਰੱਖ ਕਰ ਸਭ ਤੋਂ ਪਹਿਲਾਂ ਠਾਕੁਰ ਨੂੰ ਇਸ਼ਨਾਨ ਕਰਵਾਇਆ ਬੜੇ ਪਿਆਰ ਦੇ ਨਾਲ, ਬੜੇ ਪਿਆਰ ਦੇ ਨਾਲ ਸੇਵਾ ਕੀਤੀ, ਬੜੇ ਪਿਆਰ ਦੇ ਨਾਲ ਇਸ਼ਨਾਨ ਕਰਾ ਰਹੇ ਹਨ ਤੇ ਮੰਦਰ ਦੀ ਸਫਾਈ ਕੀਤੀ ਔਰ ਠਾਕੁਰ ਜੀ ਨੂੰ ਧੂਪ ਲਗਾ ਕੇ ਦੁੱਧ ਦਾ ਛੰਨਾ ਭਰਿਆ ਤੇ ਬੜੇ ਪਿਆਰ ਦੇ ਨਾਲ ਠਾਕੁਰ ਜੀ ਦੇ ਅੱਗੇ ਰੱਖ ਦਿੱਤਾ। ਗੁਰੂ ਦੇ ਪਿਆਰ ਵਾਲਿਓ, ਭੋਲੇ ਭਾਏ ਮਿਲੇ ਰਘੁਰਾਇਆ। ਭਗਤ ਨਾਮਦੇਵ ਜੀ ਬੜੇ ਪਿਆਰ ਦੇ ਨਾਲ ਭੋਲੇ ਭਾਅ ਦੇ ਵਿੱਚ ਦੁੱਧ ਦਾ ਛੰਨਾ ਭਰ ਕੇ ਠਾਕੁਰ ਦੇ ਅੱਗੇ ਰੱਖ ਦਿੰਦੇ ਹਨ। ਜਦੋਂ ਦੁੱਧ ਰੱਖਿਆ ਤਾਂ ਭਗਤ ਨਾਮਦੇਵ ਜੀ ਨਾ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ। ਜੋ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਵਿੱਚ ਦਰਜ ਹਨ। ਗੁਰੂ ਦੇ ਪਿਆਰ ਵਾਲਿਓ, ਬੜੇ ਭਗਤੀ ਭਾਵ ਦੇ ਵਿੱਚ ਆ ਕੇ ਹਿਰਦੇ ਦੇ ਅੰਦਰੋਂ ਜਦੋਂ ਅਰਦਾਸ ਕਰਦੇ ਹਨ ਨਾ, ਤੇ ਜਦੋਂ ਆਪਾਂ ਸੱਚ ਜਾਣਿਓ ਕਿ ਮਨੋਂ ਹਿਰਦੇ ਦੇ ਅੰਦਰੋਂ, ਮਨ ਦੇ ਅੰਦਰ ਵੈਰਾਗ ਪੈਦਾ ਕਰਕੇ ਭਾਵਨਾ ਬਣਾ ਕਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਤਾਂ ਗੁਰੂ ਦੇ ਪਿਆਰ ਵਾਲਿਓ, ਸਾਡੀਆਂ ਸਾਰੀਆਂ ਅਰਦਾਸਾਂ ਸਤਿਗੁਰੂ ਜੀ ਆਪ ਪੂਰੀਆਂ ਕਰਦੇ ਨੇ, ਕਿਉਂਕਿ ਪਾਤਸ਼ਾਹ ਜੀ ਦੇ ਬੜੇ ਪਿਆਰੇ ਬੋਲ ਹਨ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਭਾਵਨਾ ਬਣਾ ਕੇ ਅਰਦਾਸ ਕਰੀਏ ਤਾਂ ਸਤਿਗੁਰੂ ਜੀ ਆਪ ਕਿਰਪਾ ਕਰਦੇ ਨੇ। ਕਿਤੇ ਸਾਡੀ ਅਰਦਾਸ ਭਗਤ ਨਾਮਦੇਵ ਜੀ ਦੇ ਵਾਂਗ ਠਾਕੁਰ ਦੇ ਅੱਗੇ ਕੀਤੀ ਜਾਵੇ, ਉਸ ਪਰਮਾਤਮਾ ਦੇ ਅੱਗੇ ਕਰੀਏ ਤਾਂ ਗੁਰੂ ਦੇ ਪਿਆਰ ਵਾਲਿਓ, ਮੇਰੇ ਪਾਤਸ਼ਾਹ ਜੀ ਆਪ ਪ੍ਰਤੱਖ ਦਾ ਪ੍ਰਮਾਣ ਆਪ ਆਕਰ ਦਰਸ਼ਨ ਦੇ ਦਿੰਦੇ ਹਨ। ਭਗਤ ਨਾਮਦੇਵ ਜੀ ਅਰਦਾਸ ਕਰਦੇ ਨੇ, ਹੱਥ ਜੋੜੇ ਹਨ
बड़े प्यार दे नाल ठाकुर जी दे अगे हथ जोड़े और हथ जोड़कर अरदासां करन लगे, बेनतियां करते ने। बड़े प्यारे बोल सतगुरु जी की पावन पवित्र अमृतमय गुरबाणी दे जो आपां रोजाना ही पढ़ते हाँ। दूध कटोरे गड़वै पानी, कपल गाए नामे दोहे आनी। दूध कटोरे गड़वै पानी, कपल गाए नामे दोहे आनी। दूध पियो गोबिंद राय, दूध पियो मेरो मन पतियाए। नाहे तकर को बापर साए, सोइन कटोरी अमृत परी, लै नामे हर आगे तरी। बड़े प्यार दे नाल अरदासां करते ने, बेनतियां करते ने ठाकुर जी। दुध छन्ने दे विच पाया है, दुध कटोरा गड़वै पानी, कपल गाए नामे दोहे आनी। गुरु दे प्यार वालिओ, जदों बेनतियां करते हैं तां भोले नामदेव जी, क्योंकि भोले भाए मिले रघुराया, प्रतख परमात्मा दे दर्शन कीते भगत नामदेव जी ने। भोले सन भगत नामदेव जी नूं यह नहीं सी पता कि यह संसार ठाकुरां नाल उस रब नाल भी ठगियां करदा है। क्योंकि बाबा कबीर जी दे बड़े प्यारे बचन हन कि माथे तिलक हथ माला बाना, लोगन राम खिलौना जाना। भगत कबीर जी दे बचन के मथे ते तिलक लगा लिया, हाथ दे विच माला फड़ लई और बाणा पा लिया संतां वाला। पर भगत कबीर जी दे बचन हन के जो अंदर है हिरदा है वो खाली है। इस संसारक लोकां ने उस राम नूं एक खिडौणे दी तरह समझिया होया है। जदों ना एक चमच दुध दा भर के ठाकुर जी दे मूँह नूं लगाया ते गुरु दे प्यार वालिओ, भगत नामदेव जी ना दुध लैकर जदों ठाकुर दे लगाउंदे हन, ठाकुर छकदे नहीं। क्योंकि साडे ये संसारी लोग जो रब नाल भी ठगियां करते ने, भगत कबीर जी दे बचना अनुसार कि एक चमच दुध दा ठाकुर जी दे मूँह नूं लगाया ते बाकी आप पी लैंदे ने, घर नूं लै जांदे हन। और भगत नामदेव जी दा मन अंदर विचार सी कि जिन्ना दुध ठाकुर दे अगे रखिया है ये भोग लाया जाता है, वो सारा दुध ठाकुर पी लैंदे हन। पर गुरु दे प्यार वाले भगत नामदेव जी दुध दा छन्ना अगे रख के बैठे रहे, अरदासां करते हैं, बेनतियां करते ने कि ठाकुर जी आप किरपा करो, इस दुध नूं छकना करो। गुरु दे प्यार वालिओ, जदों इस तरह अरदासां कर रहे हैं, बेनतियां करते ने, तां कुछ समा होया तां भगत नामदेव जी लगे प्यार दे विच बेनती करन। बड़े प्यार दे विच बेनती करते हैं कि हे प्रभु, दुध दा कटोरा और पानी दा गड़वा अगे रखिया है, दूध कटोरे गड़वे पानी, ये दुध मैं कपल गां दा चो के लियांदा है ते मेरे गोबिंद मेरे ठाकुर जी आप जी किरपा करो, इस दुध नूं छकना करो, इस दुध नूं पीओ।
ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਨਾ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ ਭਗਤ ਨਾਮਦੇਵ ਜੀ, ਆਖਦੇ ਹਨ ਕਿ ਠਾਕੁਰ ਜੀ ਦੁੱਧ ਛਕਣਾ ਕਰੋ, ਦੁੱਧ ਨੂੰ ਪੀਓ। ਹੇ ਰੱਬ ਜੀ, ਜੇ ਤੁਸੀਂ ਦੁੱਧ ਪੀ ਲਓਗੇ ਤਾਂ ਮੇਰਾ ਮਨ ਸ਼ਾਂਤ ਹੋ ਜਾਵੇਗਾ, ਨਹੀਂ ਤਾਂ ਘਰ ਗਏ ਨੂੰ ਪਿਤਾ ਜੀ ਗੁੱਸੇ ਹੋਣਗੇ, ਝਿੜਕਾਂ ਪੈਣਗੀਆਂ। ਸੋਨੇ ਦੀ ਕਟੋਰੀ ਭਾਵ ਛੰਨਾ ਮੈਂ ਤੁਹਾਡੇ ਅੱਗੇ ਰੱਖਿਆ ਏ, ਮੇਰੇ ਠਾਕੁਰ ਜੀ ਆਪ ਜੀ ਅੱਗੇ ਰੱਖਿਆ ਹੈ, ਕਿਰਪਾ ਕਰ ਦਿਓ, ਇਹ ਦੁੱਧ ਜ਼ਰੂਰ ਪੀਓ। ਹੇ ਰੱਬ ਜੀ, ਮੇਰੇ ਪਿਤਾ ਜੀ ਕੋਲੋਂ ਰੋਜ਼ ਦੁੱਧ ਪੀਂਦੇ ਜੇ, ਤਾਂ ਮੇਰੇ ਕੋਲੋਂ ਕਿਉਂ ਨਹੀਂ ਪੀ ਰਹੇ? ਗੁਰੂ ਦੇ ਪਿਆਰ ਵਾਲਿਓ, ਭਗਤ ਨਾਮਦੇਵ ਜੀ ਭੋਲੇ ਹਨ, ਕਿਉਂਕਿ ਭੋਲੇ ਭਾਏ ਮਿਲੇ ਰਘੁਰਾਇਆ, ਬੜੇ ਪਿਆਰ ਦੇ ਵਿੱਚ ਆਕਰ ਭੋਲੇ ਭਾ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਨੇ। ਆਖਦੇ ਹਨ ਕਿ ਮੇਰੇ ਪਿਤਾ ਜੀ ਦੇ ਕੋਲੋਂ ਤਾਂ ਰੋਜ਼ਾਨਾ ਹੀ ਤੁਸੀਂ ਦੁੱਧ ਛਕਦੇ ਜੇ, ਅੱਜ ਮੇਰੇ ਕੋਲੋਂ ਕਿਉਂ ਨਹੀਂ ਛਕ ਰਹੇ? ਹੇ ਪ੍ਰਭੂ ਜੀ ਦਇਆ ਕਰੋ, ਜੇ ਤੁਸੀਂ ਦੁੱਧ ਨਾ ਪੀਤਾ ਤਾਂ ਅੱਜ ਮੇਰੀ ਖੈਰ ਨਹੀਂ, ਕਿਉਂਕਿ ਜਦੋਂ ਮੈਂ ਘਰ ਜਾਵਾਂਗਾ ਤਾਂ ਮੇਰੇ ਪਿਤਾ ਜੀ ਮੈਨੂੰ ਗੁੱਸੇ ਹੋਣਗੇ। ਗੁਰੂ ਦੇ ਪਿਆਰ ਵਾਲਿਓ, ਸੱਚੇ ਮਨ ਦੇ ਨਾਲ ਅਰਦਾਸ ਕਰੀਏ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ, ਤਾਂ ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਨੇ। ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਕਿਉਂਕਿ ਸਾਡੀ ਭਾਵਨਾ ਹੋਵੇ, ਪਿਆਰ ਹੋਵੇ ਸਤਿਗੁਰੂ ਜੀ ਦੇ ਨਾਲ, ਤੇ ਜਦੋਂ ਆਪਾਂ ਦਿਲੋਂ ਭਾਵਨਾ ਬਣਾ ਕੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ, ਤਾਂ ਉਹ ਕੀਤੀ ਹੋਈ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਕਿਉਂਕਿ ਹਿਰਦੇ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਸ਼ੁੱਧ ਹਿਰਦੇ ਦੇ ਅੰਦਰੋਂ ਕੀਤੀ ਹੋਈ ਅਰਦਾਸ ਗੁਰੂ ਦੇ ਪਿਆਰ ਵਾਲਿਓ ਉਸ ਪਰਮਾਤਮਾ ਨੂੰ ਪੱਥਰਾਂ ਦੇ ਰਾਹੀਂ ਵੀ ਪ੍ਰਗਟ ਕਰ ਦਿੰਦੀ ਹੈ। ਜੋ ਕੰਮ ਭਗਤ ਨਾਮਦੇਵ ਜੀ ਦੇ ਪਿਤਾ ਜੀ ਸਾਰੀ ਉਮਰ ਨਾ ਕਰ ਸਕੇ, ਠਾਕੁਰ ਤੇ ਆਪਣੇ ਜੀਵਨ ਨਾਲ ਠੱਗੀ ਕਰਦੇ ਰਹੇ, ਕਿਉਂਕਿ ਸੇਵਾ ਜ਼ਰੂਰ ਕਰਦੇ ਸਨ, ਠਾਕੁਰ ਦਾ ਇਸ਼ਨਾਨ ਕਰਾਉਣਾ ਔਰ ਦੁੱਧ ਦਾ ਭੋਗ ਲਵਾਉਣਾ, ਪਰ ਗੁਰੂ ਦੇ ਪਿਆਰ ਵਾਲਿਓ, ਜਿਵੇਂ ਨਾ ਚਿਮਚੇ ਦੇ ਨਾਲ ਦੁੱਧ ਠਾਕੁਰ ਜੀ ਦੇ ਮੂੰਹ ਨੂੰ ਛੁਹਾ ਕੇ ਚਮਚ ਪਿੱਛੇ ਕਰ ਲਿਆ ਜਾਂਦਾ ਸੀ, ਤਿਵੇਂ ਭਗਤ ਨਾਮਦੇਵ ਜੀ ਦੇ ਪਿਤਾ ਜੀ ਵੀ ਕਰਦੇ ਰਹੇ। ਪਰ ਮਾਸੂਮ ਭੋਲਾ ਭਾ ਮਾਸੂਮ ਆਤਮਾ ਭਗਤ ਨਾਮਦੇਵ ਜੀ ਨੂੰ ਇਹ ਚੰਗੀ ਨਾ ਲੱਗੀ, ਉਹ ਠਾਕੁਰ ਜੀ ਦੇ ਅੱਗੇ ਬੈਠੇ ਨਾ ਤਰਲੇ ਕਰਦੇ ਹਨ, ਮਿੰਨਤਾਂ ਕਰ ਰਹੇ ਹਨ। ਕੀ ਆਖਦੇ ਨੇ? ਭਗਤ ਨਾਮਦੇਵ ਜੀ ਹਿਰਦੇ ਦੇ ਅੰਦਰੋਂ ਆਵਾਜ਼ ਆਉਂਦੀ ਏ, ਆਖਦੇ ਹਨ ਕਿ ਠਾਕੁਰ ਜੀ ਆਪ ਜੀ ਕਿਰਪਾ ਕਰ ਦਿਓ, ਇਸ ਦੁੱਧ ਨੂੰ ਛਕਣਾ ਕਰੋ। ਤੇ ਗੁਰੂ ਦੇ ਪਿਆਰ ਵਾਲੇ, ਜਦੋਂ ਹਿਰਦੇ ਦੇ ਅੰਦਰੋਂ ਅਰਦਾਸਾਂ ਕੀਤੀਆਂ ਜਾਣ ਤਾਂ ਪੱਥਰਾਂ ਦੇ ਵਿੱਚੋਂ ਵੀ ਉਸ ਰੱਬ ਨੂੰ ਪਾਇਆ ਜਾ ਸਕਦਾ ਹੈ। ਅਰਦਾਸਾਂ ਬੇਨਤੀਆਂ ਸੁਣ ਕੇ ਆਖਰ ਭਗਵਾਨ ਉਹ ਪਰਮਾਤਮਾ ਭਗਤੀ ਦਾ ਖਿੱਚਿਆ ਹੋਇਆ ਆ ਗਿਆ ਤੇ ਠਾਕੁਰ ਦੀ ਮੂਰਤੀ ਦੇ ਵਿੱਚੋਂ ਪ੍ਰਗਟ ਹੋਇਆ, ਮੂਰਤੀ ਰਾਹੀਂ ਹੱਸਿਆ। ਤੇ ਜਦੋਂ ਮੂਰਤੀ ਦੇ ਵਿੱਚੋਂ ਪ੍ਰਗਟ ਹੋ ਕੇ ਪਰਮਾਤਮਾ ਉਹ ਠਾਕੁਰ ਉਹ ਖੁਦਾ ਹੱਸਦਾ ਏ, ਤਾਂ ਗੁਰੂ ਦੇ ਪਿਆਰ ਵਾਲਿਓ ਬੜੇ ਪਿਆਰੇ ਬੋਲ, ਏਕ ਭਗਤ ਮੇਰੇ ਹਿਰਦੈ ਬਸੇ, ਨਾਮੇ ਦੇਖ ਨਰਾਇਣ ਹੱਸੇ। ਕਿਉਂਕਿ ਭਗਤ ਨਾਮਦੇਵ ਜੀ ਦੇ ਬਚਨ ਨੇ ਕਿ ਇੱਕ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਖੁਦਾ ਮੇਰੇ ਹਿਰਦੇ ਦੇ ਵਿੱਚ ਵਸਦਾ ਹੈ। ਤੇ ਜਦੋਂ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਦੇਖਦੇ ਨੇ ਭਗਵਾਨ, ਉਹ ਪਰਮਾਤਮਾ, ਤਾਂ ਗੁਰੂ ਦੇ ਪਿਆਰ ਵਾਲਿਓ ਹੱਸ ਰਹੇ ਹਨ ਭਗਤ ਨਾਮਦੇਵ ਜੀ ਨੂੰ ਦੇਖ ਕੇ। ਏਕ ਭਗਤ ਮੇਰੇ ਹਿਰਦੈ ਵਸੇ,
ਨਾਮੇ ਦੇਖ ਨਾਰਾਇਣ ਹੱਸੇ। ਕਿ ਇੱਕ ਨਾਮਦੇਵ ਜੀ, ਭਗਤ ਨਾਮਦੇਵ ਜੀ, ਉਹਨਾਂ ਦੇ ਹਿਰਦੇ ਦੇ ਵਿੱਚ ਵਸਿਆ ਉਹ ਪ੍ਰਮਾਤਮਾ। ਨਾਮੇ ਨੂੰ ਦੇਖ ਕੇ ਭਗਵਾਨ ਉਹ ਪ੍ਰਮਾਤਮਾ ਹੱਸਦਾ ਪਿਆ ਏ ਤੇ ਹੱਸ ਕੇ ਨਾ ਆਪਣੇ ਹੱਥ ਅੱਗੇ ਵਧਾਏ। ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਨਾ ਉਸ ਪ੍ਰਮਾਤਮਾ ਨੇ ਆਪਣੇ ਹੱਥ ਅੱਗੇ ਵਧਾਏ, ਬੜੇ ਪਿਆਰ ਦੇ ਨਾਲ ਗੁਰੂ ਦੇ ਪਿਆਰ ਵਾਲਿਓ ਉਹ ਦੁੱਧ ਦਾ ਛੰਨਾ ਪਕੜਿਆ ਔਰ ਆਪਣੇ ਹੱਥਾਂ ਦੇ ਨਾਲ ਉਹ ਦੁੱਧ ਦਾ ਛੰਨਾ ਉਹ ਸਾਰਾ ਪੀ ਲਿਆ। ਜਦੋਂ ਦੁੱਧ ਪੀਤਾ ਤੇ ਗੁਰੂ ਦੇ ਪਿਆਰ ਵਾਲਿਓ ਉਹ ਠਾਕੁਰ ਦੀ ਮੂਰਤੀ ਫਿਰ ਜਿਉਂ ਦੀ ਤਿਉਂ ਹੀ ਹੋ ਗਈ। दूध पियाए भगत घर गया, नामे हर का दर्शन पया। जदों ठाकुर ने उस परमात्मा ने दुध पी लिया, भगत नामदेव जी घर गए ते गुरु दे प्यार वाले पातशाह जी दे बचन हन कि नामे हर का दर्शन पया। कि भगत नामदेव जी नूं उस परमात्मा के दर्शन हो गए। उस परमात्मा ने दर्शन दिते, उस प्रभु ने दर्शन दिते। यह भगत नामदेव जी की भगती मार्ग विच पहली फतेह सी। गुरु दे प्यार वालिओ, भगती जदों करदे हन उस परमात्मा की, भगत नामदेव जी, तो इतिहास नूं पढ़ के देखियो कि बड़ियां मुश्किलां भगत नामदेव जी दे जीवन दे विच आउंदियां ने। जो जात अभिमानी ब्राह्मण सन, पंडित सन, उन्हां ने बहुत ज़्यादियां मुश्किलां भगत नामदेव जी दे अगे खड़ियां कर दित्तियां। पर उस परमात्मा नूं, उस खुदा नूं, उस ठाकुर नूं प्रगट करके दुध पियाउणा ये भगत नामदेव जी की पहली फतेह सी। भगवान उन्हां दे आखे लगन लग पिया ते गुरु दे प्यार वाले जदों ना भगत नामदेव जी जो भी कोई बचन आखदे तां उस परमात्मा नूं करना पैंदा। भगवान रूप हो के आप करदे। छोटी उम्र दे विच ही भगत नामदेव जी ने ऐसी अवस्था बन गई कि उस भगवान दे, उस ठाकुर दे, उस वाहिगुरु दे दर्शन कर लए। ते गुरु दे प्यार वालिओ, इस संसार दे लोकां दे विच भगत नामदेव जी की बड़ी शोभा हुई। जदों शोभा हुई, सारे बाल भगत आखण लग पे ते भगत नामदेव जी दे पिता नूं जद पता लगदा है वो बड़े प्रसन्न हुंदे हन। ते गुरु दे प्यार वालिओ, भगत नामदेव जी उस परमात्मा नूं याद करदे हन। उस परमात्मा नूं अपने हिरदे दे विच वसाया है। कट कट के अंतर की जानत, भले बुरे की पीर पछानत। ऐसे भगत नामदेव जी जिन्हां दा जीवन उस परमात्मा की बंदगी, उस परमात्मा दे नाम सिमरन दे विच लगा। ते गुरु दे प्यार वालिओ, उस परमात्मा नूं याद कीता, सच्चे मन दे नाल उस परमात्मा दे प्रतख दा प्रमाण दर्शन कर ले भगत नामदेव जी ने। सतगुरु जी कृपा करन। शिरोमणि भगत भगत नामदेव जी जिन्हां दे जीवन दी विचार आप समूह साध संगत दे नाल सांझी कीती है। सतगुरु जी कृपा करन। इतिहास सरवण कराउंदियां होइयां बेअंत ही भुल्लां हो जांदियां ने। सतगुरु जी संगत बख्शण योग है। होइयां भुल्लां खिमा बख्श देनी। वाहिगुरु जी का खालसा, वाहिगुरु जी की फतेह।